ਫੈਡਰਲ ਸਰਕਾਰ ਵੱਲੋਂ ਸੁਪਰ ਵੀਜ਼ੇ ਦੀ ਮਿਆਦ ਨੂੰ ਵਧਾਇਆ ਜਾ ਰਿਹਾ ਹੈ। ਸੁਪਰ ਵੀਜ਼ਾ ਧਾਰਕ ਹੁਣ ਲਗਾਤਾਰ 5 ਸਾਲਾਂ ਤੱਕ ਕੈਨੇਡਾ ਵਿੱਚ ਰਹਿ ਸਕਣਗੇ। ਇਸ ਦੌਰਾਨ ਉਹਨਾਂ ਦੀ ਇੰਸ਼ੋਰੈਂਸ ਸੰਬੰਧੀ ਵੀ ਕੁਝ ਬਦਲਾਵ ਕੀਤੇ ਗਏ ਹਨ। ਆਪਣੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਕੈਨੇਡਾ ਬੁਲਾਉਣ ਵਾਲਿਆਂ ਵੱਲੋਂ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਹ ਨਵੀਆਂ ਤਬਦੀਲੀਆਂ 4 ਜੁਲਾਈ ਤੋਂ ਲਾਗੂ ਹੋ ਰਹੀਆਂ ਹਨ। will now be 5 years ਲਈ ਉਹ ਇੰਟਰ ਕਰ ਸਕਦੇ ਆ ਐਂਡ ਦੈਨ ਜੇ ਇੱਥੇ ਰਹਿੰਦੇ ਹੋਏ ਉਹਨਾਂ ਨੂੰ ਐਕਸਟੈਂਸ਼ਨ ਲਈ ਅਪਲਾਈ ਕਰਨ ਦੀ ਲੋੜ ਪੈ ਜਾਂਦੀ ਹੈਗੀ ਆ ਵਿਦਿਨ ਕੈਨੇਡਾ, ਉਹ 2 ਸਾਲ ਦੇ ਐਕਸਟੈਂਸ਼ਨ ਲਈ ਵੀ ਅਪਲਾਈ ਕਰ ਸਕਦੇ ਆ। ਸੋ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਉਹ 7 ਸਾਲ ਬਣ ਸਕਦੇ ਹੈਗੇ ਆ ਉਹਨਾਂ ਦੇ, but after that period ਜਾਂ ਜੇ ਉਹ 5 ਸਾਲ ਤੋਂ ਬਾਅਦ ਵੀ ਵਾਪਸ ਜਾਂਦੇ ਹੈਗੇ ਆ ਕਿਤੇ ਬੈਕ ਹੋਮ ਟਰੈਵਲ ਕਰਦੇ ਹੈਗੇ ਆ ਤੇ ਫਿਰ ਮੁੜ ਕੇ ਆਉਂਦੇ ਹੈਗੇ ਆ, ਉਹਨਾਂ ਨੂੰ ਫਿਰ 5 साल ਦੀ ਐਂਟਰੀ मिल सकती हैगी। वो द मेजर चेंज है इंश्योरेंस का, जिसमें इंश्योरेंस कंपनी अभी तक जो थी वो इट वाज मैंडेटरी टू बाय मेडिकल इंश्योरेंस फॉर 100,000 दैट द गवर्नमेंट इज़ अलाउिंग फॉर कंपनीज आउटसाइड कनाडा ऑल्सो। ऑब्वियसली जो कंपनीज आउटसाइड कनाडा होगी वो गवर्नमेंट एक लिस्ट पब्लिश करेगी जिसमें उनको डेजिग्नेट करेगी गवर्नमेंट के ये कैनेडियन कंपनीज हैं, इंश्योरेंस कंपनीज हैं, इन्हीं के साथ आप ले सकते हो कनाडा के बाहर। कनाडा में तो जो है कंपनीज वो ऑल कंपनीज आर अलाउड टू डू दैट। सुपर वीज़ा की रिक्वायरमेंट है वो मेनली होती है अपनी इनकम का क्राइटेरिया होता है। सो स्पॉन्सर जो बच्चे हैं या तो ग्रैंड चिल्ड्रन है कनाडा में, वो अपने दादा दादी को या पेरेंट्स को सुपर वीज़ा के तहत बुला सकते हैं। उनका जो एलिजिबिलिटी क्राइटेरिया है वो इनकम का होता है। तो बेस्ड ऑन योर नोटिस ऑफ असेसमेंट फॉर द लास्ट ईयर, जस्ट 1 साल की इनकम होती है, उसमें लास्ट 1 ईयर की जो इनकम होती है उसके बेस पे डिपेंडिंग ऑन योर साइज़ ऑफ फैमिली आपने एक लाइको का क्राइटेरिया है, लो इनकम कट ऑफ, उसके बेस पे आपने इनकम देखनी होती है कि आप एलिजिबल हैं या नहीं है, और उसके बेस पे आप फैमिली जो आपके पेरेंट्स ग्रैंड पेरेंट्स हैं उनको स्पॉन्सर करते हैं। जो दूसरा क्राइटेरिया है वो है मेडिकल इंश्योरेंस, जैसा मैंने बताया वो कैनेडियन कंपनी और नाउ गवर्नमेंट इज सेइंग कि आप आउटसाइड कनाडा से भी डेजिग्नेटेड जो कंपनीज हैं उनसे इंश्योरेंस बाय कर सकते हो। ये 2 चीज़ें प्लस तीसरी चीज़ है वो अपफ्रंट मेडिकल एग्ज़ाम। सो ये पेरेंट्स के लिए 3 चीज़ें सुपर वीज़ा के लिए मैंडेटरी है। ਇਮੀਡੀਏਟਲੀ ਉਹਨੂੰ 10,000 ਤੇ ਕਰ ਦਿੱਤਾ ਸੀ 2015 ਦੇ ਵਿੱਚ, ਉਸ ਤੋਂ ਬਾਅਦ 20,000, ਹੁਣ 30,000 ਫੈਮਲੀਜ਼ ਆ ਰਹੀਆਂ ਨੇ ਸਾਲ ਦੀਆਂ। ਸੋ ਸਾਡੀ ਸਰਕਾਰ ਦਾ ਕੋਈ ਇਸ ਤਰ੍ਹਾਂ ਦਾ ਇੰਟੈਂਸ਼ਨ ਨਹੀਂ ਹੈਗਾ ਵੀ ਅਸੀਂ ਪਰਮਨੈਂਟ ਰੈਜ਼ੀਡੈਂਸੀ ਤੋਂ ਮੂੰਹ ਮੋੜੀਏ। ਸਭ ਤੋਂ ਜ਼ਿਆਦਾ ਪਰਮਨੈਂਟ ਰੈਜ਼ੀਡੈਂਸੀ ਲਈ ਅਸੀਂ ਕੈਟਾਗੋਰੀਜ਼ ਵਧਾ ਰਹੇ ਹੈਗੇ ਆ, ਨੰਬਰਸ ਵੀ ਵਧਾ ਰਹੇ ਹੈਗੇ ਆ ਹਰ ਇੱਕ ਵਾਰ, almost in every category. And so absolutely not. This just gives people even more flexibility. ਅਸੀਂ parent grandparent program ਦਾ ਜਿਹੜਾ ਪੱਕਾ ਪ੍ਰੋਗਰਾਮ ਹੈਗਾ ਉਹ ਵੀ ਚਾਲੂ ਹੀ ਰੱਖਣਾ ਹੈਗਾ, ਬਟ ਜੋ ਉਹ ਫਰਸਟ ਕਮ ਫਰਸਟ ਸਰਵ ਦੀ ਗੱਲ ਕਰ ਰਹੇ ਹੈਗੇ ਨੇ, ਅਸੀਂ ਡੈਫੀਨੇਟਲੀ ਐਪਲੀਕੇਸ਼ਨਸ ਨੂੰ ਦੇਖੋ, ਇੱਕ ਤਾਂ ਉਹਦੇ ਸਾਰ ਬੰਦਾ ਨਹੀਂ ਅਪਲਾਈ ਕਰ ਸਕਦਾ। ਕਾਫੀ ਲੋਕ ਮੈਨੂੰ ਕਹਿਣਗੇ ਉਹ ਹਜੇ ਪਿਛਲੇ ਸਾਲ ਆਏ ਸੀਗੇ ਤੇ ਉਹਨਾਂ ਨੇ ਇਸ ਸਾਲ ਕਰ ਵੀ ਦਿੱਤਾ। ਨਹੀਂ, ਤੁਹਾਨੂੰ 3 ਸਾਲ ਦੀ ਇਨਕਮ ਸ਼ੋ ਕਰਨੀ ਪੈਂਦੀ ਹੈਗੀ ਆ। ਜਿਹੜਾ ਸਪਾਂਸਰ ਹੈਗਾ 3 ਸਾਲ ਦੀ ਇਨਕਮ ਤੋਂ ਬਾਅਦ ਤੁਸੀਂ ਕਿਤੇ ਸਪਾਂਸਰ ਕਰ ਸਕਦੇ ਆ, ਐਂਡ ਉਹ 3 ਸਾਲ ਦੀ ਇਨਕਮ ਸ਼ੋ ਕਰਨ ਲਈ ਐਟਲੀਸਟ ਬੰਦਾ 4-5 ਸਾਲ ਦਾ ਇੱਥੇ ਗਾਰੰਟੀਡ ਹੁੰਦਾ ਹੈਗਾ ਆ, ਉਸ ਤੋਂ ਪਹਿਲਾਂ ਉਹ ਨਹੀਂ ਕੰਪਾਈਲ ਕਰ ਪਾਉਂਦਾ ਹੈਗਾ। ਸੋ ਜਿਹੜੇ ਇਹ ਗੱਲ ਕਹਿੰਦੇ ਹੈਗੇ ਆ ਇਹ ਉੱਤੋਂ ਉੜਦੀਆਂ ਗੱਲਾਂ ਹੁੰਦੀਆਂ ਨੇ, ਇੱਕ ਬੰਦੇ ਤੋਂ ਸੁਣ ਕੇ ਕੋਈ ਦੂਸਰੇ ਬੰਦੇ ਨੂੰ ਕਹਿ ਦਿੰਦਾ ਹੈਗਾ ਤੇ ਉਹ ਮੰਨ ਲੈਂਦੇ ਹੈਗੇ ਆ। ਇਸ ਤਰ੍ਹਾਂ ਨਹੀਂ ਹੈਗਾ।